किताब विपरण की रीत तो सच दा मार्ग भाग 8वां। लेखक सरदार गुरबख्श सिंह काला अफगाना। 7वें कांड का 6वां भाग हौमे विच भगत ना हो गई। 7वां भाग निंदो ना ही काहू बातै ये खसम का किया। 8वां भाग वसकत पंच करे नह डोले। आवाज़ गुरजंट सिंह रूपो वाली। वाहिगुरू जी का खालसा वाहिगुरू जी की फतेह। पंज विकारां विचों हौमे अजिहा वड्डा रोग है जिस दे काਰਨ परमात्मा विसरदा है। ਆਪਣੇ ਵਜੂਦ ਦੀ ਮਹੱਤਤਾ ਦੂਜਿਆਂ ਨਾਲੋਂ ਸ੍ਰੇਸ਼ਟ ਮੰਨ ਲੈਣਾ, ਆਪਣੀ ਮੱਤ ਨੂੰ ਗੁਰੂ ਦੀ ਮੱਤ ਨਾਲੋਂ ਵੀ ਉੱਚੀ ਮੰਨ ਕੇ ਅਜਿਹੇ ਕਰਮ ਕਰਨੇ ਜਿਸ ਤੋਂ ਸਤਿਗੁਰਾਂ ਦੇ ਹੁਕਮਾਂ ਦੀ ਖੰਡਨਾ ਹੁੰਦੀ ਹੋਵੇ। ਭਾਵ ਮੈਂ ਮੇਰੀ ਦੀ ਕੰਧ ਉਸਾਰ ਬਹਿਣ ਨਾਲ ਪਰਮਾਤਮਾ ਕਦੇ ਵੀ ਹਿਰਦੇ ਵਿੱਚ ਪ੍ਰਗਟ ਨਹੀਂ ਹੋ ਸਕਦਾ। ਆਪਣੀ ਹੋਂਦ ਪ੍ਰਭੂ ਨਾਲੋਂ ਅੱਡਰੀ ਬਣਾਈ ਰੱਖਣ ਵਾਲੇ ਦਾ ਪਰਮਾਤਮਾ ਨਾਲ ਕਦੇ ਮਿਲਾਪ ਨਹੀਂ ਹੋ ਸਕਦਾ। ਭਾਵ ਹੰਕਾਰੀ ਮਨੁੱਖ ਦਾ ਪ੍ਰਭੂ ਨਾਲ ਪਿਆਰ ਕਦੇ ਨਹੀਂ ਬਣ ਸਕਦਾ। ਗੁਰ ਕੈ ਸ਼ਬਦ ਹਉਮੈ ਬਿਖ ਮਾਰੈ ਤਾਂ ਨਿਜ ਘਰ ਹੋਵੈ ਵਾਸੋ। ਪੰਨਾ 940। ਆਓ ਹਉਮੈ ਦੇ ਇਸ ਪੱਖ ਵੱਲ ਝਾਤ ਮਾਰ ਕੇ ਸਤਿਗੁਰਾਂ ਕੋਲੋਂ ਪ੍ਰਭੂ ਨਾਲ ਨੇੜਤਾ ਬਣਾਉਣ ਯੋਗ ਬਣਨ ਲਈ ਸੁਖਾਵਾਂ ਉਦਮ ਕਰਨਾ ਸਿੱਖੀਏ। ਹਉਮੈ ਨਾਮੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਹਉਮੈ ਵਿੱਚ ਸੇਵਾ ਨਾ ਹੋਵਈ ਤਾਂ ਮਨ ਬਿਰਥਾ ਜਾਏ। ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਹੇ। ਹੁਕਮ ਮੰਨੇ ਤਾਂ ਹਰ ਮਿਲੇ ਤਾਂ ਵਿੱਚੋਂ ਹਉਮੈ ਜਾਏ ਰਹਾ। ਹਉਮੈ ਸਭ ਸਰੀਰ ਹੈ, ਹਉਮੈ ਓਪਤ ਹੋਏ। ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੈ ਕੋਏ। ਹਉਮੈ ਵਿੱਚ ਭਗਤ ਨਾ ਹੋਵਈ ਹੁਕਮ ਨਾ ਬੁੱਝਿਆ ਜਾਏ। ਹੁਕਮੇ ਵਿੱਚ ਜੀਉ ਬੰਧ ਹੈ, ਨਾਮ ਨਾ ਵਸੈ ਮਨ ਆਏ। ਨਾਨਕ ਸਤਿਗੁਰ ਮਿਲਿਆ ਹਉਮੈ ਗਈ ਤਾਂ ਸੱਚ ਵਸਿਆ ਮਨ ਆਏ। ਸੱਚ ਕਮਾਵੈ ਸੱਚ ਰਹੈ ਸੱਚੇ ਸੇਵ ਸਮਾਏ। ਪੰਨਾ 560। ਅਰਥ ਤੀਸਰੇ ਸਰੂਪ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਫਰਮਾਨ ਹੈ, ਹਉਮੈ ਦਾ ਪਰਮਾਤਮਾ ਦੇ ਨਾਮ ਨਾਲ ਵੈਰ ਹੈ। ਇਹ ਦੋਵੇਂ ਇਕੱਠੇ ਹਿਰਦੇ ਵਿੱਚ ਨਹੀਂ ਵਸ ਸਕਦੇ। ਹਉਮੈ ਵਿੱਚ ਟਿਕੇ ਰਿਹਾ ਪਰਮਾਤਮਾ ਦੀ ਸੇਵਾ ਭਗਤੀ ਨਹੀਂ ਕੀਤੀ ਜਾ ਸਕਦੀ। ਜਦੋਂ ਮਨੁੱਖ ਹਉਮੈ ਵਿੱਚ ਟਿਕਿਆ ਰਹਿ ਕੇ ਭਗਤੀ ਕਰਦਾ ਹੈ ਤਾਂ ਉਸ ਦਾ ਮਨ ਪ੍ਰਭੂ ਪਿਆਰ ਤੋਂ ਖਾਲੀ ਹੁੰਦਾ ਹੈ। ਇਸ ਲਈ ਹੇ ਮਨ, ਆਪਣੇ ਅੰਦਰ ਗੁਰੂ ਦਾ ਸ਼ਬਦ ਗਿਆਨ ਵਸਾਉਣ ਦੀ ਕਮਾਈ ਕਰ। ਪਰਮਾਤਮਾ ਦਾ ਨਾਮ ਸਿਮਰਦਾ ਰਹੋ। ਜੇ ਤੂੰ ਗੁਰੂ ਦਾ ਹੁਕਮ ਮੰਨੇਗਾ ਤਾਂ ਤੈਨੂੰ ਪਰਮਾਤਮਾ ਮਿਲ ਪਵੇਗਾ, ਤਾਂ ਤੇਰੇ ਅੰਦਰੋਂ ਹਉਮੈ ਦੂਰ ਹੋ ਜਾਵੇਗੀ। ਭਾਵ ਸਤਿਗੁਰਾਂ ਦੇ ਹੁਕਮ ਵਿੱਚ ਰਹਿਣ ਨਾਲ ਹਉਮੈ ਮਿਟਦੀ ਹੈ ਅਤੇ ਪ੍ਰਭੂ ਨਾਲ ਪਿਆਰ ਬਣਦਾ ਹੈ। ਸਰੀਰ ਧਾਰਨ ਦਾ ਇਹ ਸਾਰਾ ਸਿਲਸਿਲਾ ਹਉਮੈ ਦੇ ਕਾਰਨ ਹੀ ਹੈ। ਹਉਮੈ ਦੇ ਕਾਰਨ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ। ਮਨੁੱਖ ਦੇ ਆਤਮਿਕ ਜੀਵਨ ਦੇ ਰਸਤੇ ਵਿੱਚ ਹਉਮੈ ਦਾ ਬੜਾ ਕੁੱਪ ਹਨੇਰਾ ਹੈ। ਹਉਮੈ ਦੇ ਕੁੱਪ ਹਨੇਰੇ ਵਿੱਚ ਕੋਈ ਮਨੁੱਖ ਆਤਮਿਕ ਜੀਵਨ ਦਾ ਰਸਤਾ ਸਮਝ ਨਹੀਂ ਸਕਦਾ। ਹਉਮੈ ਦੇ ਕੁੱਪ ਹਨੇਰੇ ਵਿੱਚ ਜੀਵ ਆਤਮਾ ਵਾਸਤੇ ਆਤਮਿਕ ਜੀਵਨ ਦੇ ਰਸਤੇ ਵਿੱਚ ਰੋਕ ਬਣੀ ਰਹਿੰਦੀ ਹੈ। ਪਰਮਾਤਮਾ ਦਾ ਨਾਮ ਮਨੁੱਖ ਦੇ ਹਿਰਦੇ ਵਿੱਚ ਨਹੀਂ ਵਸ ਸਕਦਾ। ਪਰ ਹੇ ਨਾਨਕ, ਜੇ ਗੁਰੂ ਮਿਲ ਪਵੇ ਤਾਂ ਗੁਰੂ ਦੀ ਸਿੱਖਿਆ ਅਨੁਸਾਰ ਚੱਲ ਕੇ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ਅਤੇ ਸਦਾ ਥਿਰ ਵਾਹਿਗੁਰੂ ਮਨੁੱਖ ਦੇ ਹਿਰਦੇ ਵਿੱਚ ਆ ਵਸਦਾ ਹੈ ਅਤੇ ਮਨੁੱਖ ਪਰਮਾਤਮਾ ਦੇ ਨਾਮ ਦੀ ਕਮਾਈ ਕਰਦਾ ਹੈ ਅਤੇ ਸਦਾ ਥਿਰ ਹਰੀ ਵਿੱਚ ਲੀਨ ਹੋ ਜਾਂਦਾ ਹੈ। ਹਉਮੈ ਕਰਤ ਭੇਖੀ ਨਹੀਂ ਜਾਣਿਆ, ਗੁਰਮੁਖ ਭਗਤ ਵਿਰਲੇ ਮਨ ਮਾਨਿਆ। ਹਉ ਹਉ ਕਰਤ ਨਹੀਂ ਸੱਚ ਪਾਈਐ, ਹਉਮੈ ਜਾਏ ਪਰਮ ਪਦ ਪਾਈਐ ਰਹਾਉ। ਹਉਮੈ ਕਰ ਰਾਜੇ ਬਹੁ ਧਾਵੇਂ, ਹਉਮੈ ਖਪੈ ਜਨਮ ਮਰ ਆਵੇਂ। ਹਉਮੈ ਨਿਵਰੈ ਗੁਰ ਸ਼ਬਦ ਵਿਚਾਰੈ, ਚੰਚਲ ਮਤ ਤਿਆਗੈ ਪੰਚ ਸੰਘਾਰੈ। ਅੰਤਰ ਸਾਚ ਸਹਿਜ ਕਰ ਆਵੇਂ, ਰਾਜਨ ਜਾਣ ਪਰਮ ਗਤ ਪਾਵੇਂ। ਸੱਚ ਕਰਨੀ ਗੁਰ ਭਰਮ ਝੁਕਾਵੈ, ਨਿਰਭਉ ਕੇ ਕਰ ਤਾੜੀ ਲਾਵੈ। ਹਉ ਹਉ ਕਰ ਮਰਨਾ ਕਿਆ ਪਾਵੈ, ਪੂਰਾ ਗੁਰ ਭੇਟੇ ਸੋ ਝਗਰ ਝੁਕਾਵੇ। ਜੀਤੀ ਹੈ ਤੇਤੀ ਕਹਿ ਨਾਹੀ, ਗੁਰਮੁਖ ਗਿਆਨ ਭੇਟ ਗੁਣ ਗਾਹੀ। ਹਉਮੈ ਬੰਧਨ ਬੰਧ ਭਵਾਵੈ, ਨਾਨਕ ਆਰਾਮ ਭਗਤ ਸੁਖ ਪਾਵੈ। ਪੰਨਾ 226। ਅਰਥ ਮੈਂ ਵੱਡਾ ਧਰਮੀ ਹਾਂ, ਮੈਂ ਵੱਡਾ ਰਾਜਾ ਹਾਂ। ਇਹੋ ਜਿਹੀ ਮੈਂ ਕਰਦਿਆਂ ਕਦੇ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਮਿਲ ਨਹੀਂ ਸਕਦਾ। ਜਦੋਂ ਇਹ ਹਉਮੈ ਦੂਰ ਹੋਵੇ
ਤਦੋਂ ਹੀ ਸਭ ਤੋਂ ਉੱਚਾ ਆਤਮਿਕ ਦਰਜਾ ਹਾਸਲ ਕਰ ਸਕੀਦਾ ਹੈ। ਰਹਾਉ। ਮੈਂ ਧਰਮੀ ਹਾਂ ਇਹ ਮੈਂ ਕਰਦਿਆਂ ਨਿਰੇ ਧਾਰਮਿਕ ਭੇਖਾਂ ਦੀ ਰਾਹੀਂ ਕਦੇ ਕਿਸੇ ਨੇ ਪ੍ਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਪਾਈ। ਗੁਰੂ ਦੀ ਸ਼ਰਨ ਪੈ ਕੇ ਹੀ ਭਾਵ ਗੁਰੂ ਅੱਗੇ ਆਪਾ ਭਾਵ ਤਿਆਗਿਆ ਹੀ ਪਰਮਾਤਮਾ ਦੀ ਭਗਤੀ ਵਿੱਚ ਮਨ ਗਿੱਝਦਾ ਹੈ। ਪਰ ਅਜਿਹਾ ਆਪਾ ਭਾਵ ਤਿਆਗਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ। ਅਸੀਂ ਵੱਡੇ ਰਾਜੇ ਹਾਂ। ਇਸੇ ਹਉਮੈ ਦੇ ਕਾਰਨ ਹੀ ਰਾਜੇ ਇੱਕ ਦੂਜੇ ਦੇ ਦੇਸ਼ਾਂ ਉੱਤੇ ਕਈ ਵਾਰੀ ਹੱਲੇ ਕਰਦੇ ਰਹਿੰਦੇ ਹਨ। ਆਪਣੇ ਵਡੱਪਣ ਦੇ ਮਾਣ ਵਿੱਚ ਦੁਖੀ ਹੁੰਦੇ ਹਨ। ਸਿੱਟਾ ਇਹ ਨਿਕਲਦਾ ਹੈ ਕਿ ਪ੍ਰਭੂ ਦੀ ਯਾਦ ਭੁਲਾ ਕੇ ਜਨਮ ਮਰਨ ਦੇ ਗੇੜ ਵਿੱਚ ਪਈ ਰਹਿੰਦੇ ਹਨ। ਜਿਹੜਾ ਵਡਭਾਗੀ ਮਨੁੱਖ ਗੁਰੂ ਦਾ ਸ਼ਬਦ ਵਿਚਾਰਦਾ ਹੈ, ਆਪਣੇ ਸੋਚ ਮੰਡਲ ਵਿੱਚ ਟਿਕਾਉਂਦਾ ਹੈ, ਉਸ ਦੀ ਹਉਮੈ ਦੂਰ ਹੋ ਜਾਂਦੀ ਹੈ। ਉਹ ਭਟਕਣਾ ਵਿੱਚ ਪਾਉਣ ਵਾਲੀ ਹੋਸ਼ੀ ਮੱਤ ਤਿਆਗਦਾ ਹੈ ਤੇ ਕਮਾਦਕ ਪੰਜਾਂ ਵੈਰੀਆਂ ਦਾ ਨਾਸ਼ ਕਰਦਾ ਹੈ। ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿੱਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਵਸਦਾ ਹੈ, ਉਹ ਅਡੋਲ ਆਤਮਿਕ ਅਵਸਥਾ ਵਿੱਚ ਟਿਕੇ ਰਹਿੰਦੇ ਹਨ। ਸਾਰੀ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਹ ਸਭ ਤੋਂ ਉੱਚੀ ਆਤਮਿਕ ਅਵਸਥਾ ਹਾਸਲ ਕਰਦੇ ਹਨ। ਜਿਸ ਮਨੁੱਖ ਦੇ ਮਨ ਦੀ ਭਟਕਣਾ ਗੁਰੂ ਦੂਰ ਕਰਦਾ ਹੈ, ਸਦਾ ਥਿਰ ਪ੍ਰਭੂ ਦਾ ਸਿਮਰਨ ਉਸ ਦਾ ਨਿਤ ਕਰਮ ਬਣ ਜਾਂਦਾ ਹੈ। ਉਹ ਨਿਰਭਉ ਪ੍ਰਭੂ ਦੇ ਚਰਨਾਂ ਵਿੱਚ ਸਦਾ ਆਪਣੀ ਸੁਰਤ ਜੋੜੀ ਰੱਖਦਾ ਹੈ। ਹਉ ਮੈਂ ਦੇ ਕਾਰਨ ਆਤਮਿਕ ਮੌਤ ਹੀ ਸਹੇੜੀ ਦੀ ਹੈ। ਇਸ ਤੋਂ ਛੁੱਟ ਹੋਰ ਕੋਈ ਆਤਮਿਕ ਗੁਣ ਨਹੀਂ ਲੱਭਦਾ। ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਹਉਮੈ ਦੇ ਇਸ ਟਾਂਟੇ ਨੂੰ ਆਪਣੇ ਅੰਦਰੋਂ ਮੁਕਾ ਲੈਂਦਾ ਹੈ। ਹਉਮੈ ਦੇ ਆਸਰੇ ਜਿਤਨੀ ਵੀ ਦੌੜ ਭੱਜ ਹੈ, ਇਹ ਸਾਰੀ ਦੌੜ ਭੱਜ ਕੋਈ ਆਤਮਿਕ ਲਾਭ ਨਹੀਂ ਪਹੁੰਚਾਉਂਦੀ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਤੋਂ ਗਿਆਨ ਪ੍ਰਾਪਤ ਕਰਕੇ ਪਰਮਾਤਮਾ ਦੇ ਗੁਣ ਗਾਉਂਦੇ ਹਨ। ਹਉਮੈ ਜੀਵਾਂ ਨੂੰ ਮੋਹ ਦੇ ਬੰਧਨਾਂ ਵਿੱਚ ਬੰਨ੍ਹ ਕੇ ਜਨਮ ਮਰਨ ਦੇ ਗੇੜ ਵਿੱਚ ਪਾਉਂਦੀ ਹੈ। ਜਿਹੜਾ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ, ਉਹ ਹਉਮੈ ਤੋਂ ਬਚਿਆ ਰਹਿੰਦਾ ਹੈ ਤੇ ਸੁੱਖ ਪਾਉਂਦਾ ਹੈ। ਹਉਮੈ ਜਾਈ ਤਾਂ ਕੰਤ ਸਮਾਈ, ਪੰਨਾ 750। ਹਉਮੈ ਜਾਏ ਤਾਂ ਏਕੋ ਬੂਝੈ, ਸੋ ਗੁਰਮੁਖ ਸਹਿਜ ਸਮਾਏਂਦਾ, ਪੰਨਾ 1076। ਹਉਮੈ ਜਾਏ ਪਰਮ ਪਦ ਪਾਈਐ, ਪੰਨਾ 226। ਗੁਰਬਾਣੀ ਵਿੱਚ ਅਜਿਹੇ ਕਈ ਫਰਮਾਨ ਹਨ ਜਿਨ੍ਹਾਂ ਤੋਂ ਸਪਸ਼ਟ ਸੇਧ ਮਿਲਦੀ ਹੈ ਕਿ ਹਉਮੈ ਹੰਕਾਰ ਜਾਂਦਾ ਰਹੇ ਅਥਵਾ ਆਪਾ ਭਾਵ ਨਾ ਰਹੇ ਤਾਂ ਪ੍ਰਭੂ ਨਾਲ ਬਣ ਆਉਣ ਵਿੱਚ ਢਿੱਲ ਨਹੀਂ ਰਹਿੰਦੀ। ਰਾਜਾ ਰਾਮ ਤੂੰ ਐਸਾ ਨਿਰਭਉ ਤਰਨ ਤਾਰਨ ਰਾਮ ਰਾਇਆ ਰਹਾ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੁਮ ਹਰ ਹਮ ਨਾਹੀਂ। ਅਬ ਹਮ ਤੁਮ ਏਕ ਭਏ ਹੈਂ, ਏਕੈ ਦੇਖਤ ਮਨ ਪਤਿ ਆਹੀਂ। जब बुध होती तब बल कैसा, अब बुध बल ना खटाई। कह कबीर बुध हिर लई मेरी, बुध बदली सिद्ध पाई। पन्ना 339। अर्थ, हे सब ਦੇ ਮਾਲਿਕ ਪ੍ਰਭੂ, हे ਸਭ ਜੀਵਾਂ ਨੂੰ ਤਾਰਨ ਦੇ ਸਮਰੱਥ ਰਾਮ, हे ਸਭ ਵਿੱਚ ਵਿਆਪਕ ਨਿਰਭਉ ਪ੍ਰਭੂ, ਤੇਰਾ ਸੁਭਾਅ ਅਨੋਖਾ ਹੈ। ਜਿੰਨਾ ਚਿਰ ਅਸੀਂ ਜੀਵ ਕੁਝ ਬਣੀ ਫਿਰਦੇ ਹਾਂ, ਭਾਵ ਹਉਮੈ ਹੰਕਾਰ ਕਰਦੇ ਹਾਂ, ਤਦ ਤੱਕ हे ਪ੍ਰਭੂ ਤੂੰ ਸਾਡੇ ਅੰਦਰ ਪ੍ਰਗਟ ਨਹੀਂ ਹੁੰਦਾ, ਆਪਣਾ ਚਾਨਣ ਨਹੀਂ ਕਰਦਾ। ਪਰ ਜਦੋਂ ਹੁਣ ਤੂੰ ਸਾਡੇ ਵਿੱਚ ਨਿਵਾਸ ਕੀਤਾ ਹੈ ਤਾਂ ਸਾਡੇ ਵਿੱਚ ਉਹ ਪਹਿਲੀ ਹਉਮੈ ਨਹੀਂ ਰਹੀ। ਹੁਣ हे ਪ੍ਰਭੂ ਤੂੰ ਤੇ ਅਸੀਂ ਇੱਕਮਿਕ ਹੋ ਗਏ ਹਾਂ। ਹੁਣ ਤੈਨੂੰ ਵੇਖ ਕੇ ਸਾਡਾ ਮਨ ਮੰਨ ਗਿਆ ਹੈ ਕਿ ਤੂੰ ਹੀ ਤੂੰ ਹੈ ਤੇ ਇੱਥੋਂ ਵੱਖਰੇ ਅਸੀਂ ਕੁਝ ਨਹੀਂ ਹਾਂ। हे ਪ੍ਰਭੂ ਜਿੰਨਾ ਚਿਰ ਅਸਾਂ ਜੀਵਾਂ ਵਿੱਚ ਆਪਣੀ ਅਕਲ ਦੀ ਹਉਮੈ ਹੁੰਦੀ ਹੈ, ਉਹਨਾਂ ਚਿਰ ਸਾਡੇ ਵਿੱਚ ਕੋਈ ਆਤਮਿਕ ਬਲ ਨਹੀਂ ਹੁੰਦਾ, ਭਾਵ ਸਹਿਮੇ ਹੀ ਰਹਿੰਦੇ ਹਾਂ। ਪਰ ਹੁਣ ਜਦੋਂ ਤੂੰ ਸਾਡੇ ਵਿੱਚ ਆ ਪ੍ਰਗਟਿਆ ਹੈ, ਸਾਡੀ ਆਪਣੀ ਅਕਲ ਤੇ ਬਲ ਦਾ ਮਾਣ ਨਹੀਂ ਰਿਹਾ। ਕਬੀਰ ਜੀ ਆਖਦਾ ਹੈ, हे ਪ੍ਰਭੂ ਤੂੰ ਮੇਰੀ ਹਉਮੈ ਵਾਲੀ ਅਕਲ ਖੋਹ ਲਈ ਹੈ, ਹੁਣ ਉਹ ਅਕਲ ਬਦਲ ਗਈ ਹੈ, ਭਾਵ ਮੈਂ ਛੱਡ ਕੇ ਤੂੰ ਹੀ ਤੂੰ ਕਰਨ ਵਾਲੀ ਹੋ ਗਈ ਹੈ। ਇਸ ਵਾਸਤੇ ਮਨੁੱਖਾ ਜਨਮ ਦੇ ਮਨੋਰਥ ਦੀ ਸਿੱਧੀ ਹਾਸਲ ਹੋ ਗਈ ਹੈ। ਧਨ ਸੁਹਾਗਣ ਜੋ ਪ੍ਰਭੂ ਪਛਾਨੈ, ਮਾਨੇ ਹੁਕਮ ਤਜੈ ਅਭਿਮਾਨੇ। ਪ੍ਰੇਸਿਓ ਰਾਤੀ ਰਲੀਆਂ ਮਾਨੈ, ਸੁਣ ਸਖੀਏ ਪ੍ਰਭ ਮਿਲਨ ਨਿਸ਼ਾਨੀ। ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾ। ਸਖੀ ਸਹੇਲੀ ਕੋ ਸਮਝਾਵੈ, ਸੋਈ ਕਮਾਵੈ ਜੋ ਪ੍ਰਭ ਭਾਵੈ। ਸਾ ਸੁਹਾਗਣ ਅੰਕ ਸਮਾਵੈ,
ਗਰਭ ਗਹੇਲੀ ਮਹਿਲ ਨ ਪਾਵੇ, ਫੇਰ ਪਛਤਾਵੈ ਜਬ ਰੈਣ ਬਿਹਾਵੈ। ਕਰਮਹੀਣ ਮਨਮੁਖ ਦੁਖ ਪਾਵੈ, ਬਿਨੋ ਕਰੀ ਜੇ ਜਾਣਾ ਦੂਰ। ਪ੍ਰਭ ਅਬਨਾਸੀ ਰਹਿਆ ਭਰਪੂਰ, ਜਨ ਨਾਨਕ ਗਾਵੇ ਦੇਖ ਹਦੂਰ। ਪੰਨਾ 737। ਅਰਥ, ਹੇ ਸਹੇਲੀਏ, ਪਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ ਮੈਥੋਂ ਸੁਣ ਲੈ। ਉਹ ਨਿਸ਼ਾਨੀ, ਉਹ ਤਰੀਕਾ ਇਹ ਹੈ ਕਿ ਲੋਕ ਲਾਜ ਦੀ ਖਾਤਰ ਕੰਮ ਕਰਨੇ ਛੱਡ ਕੇ ਆਪਣਾ ਮਨ, ਆਪਣਾ ਸਰੀਰ ਪਰਮਾਤਮਾ ਦੇ ਹਵਾਲੇ ਕਰ ਦੇ। ਹੇ ਸਹੇਲੀਏ, ਉਹ ਜੀਵ ਇਸਤਰੀ ਸਲਾਹੁਣ ਯੋਗ ਹੈ, ਸੁਹਾਗ ਵਾਲੀ ਹੈ, ਜਿਹੜੀ ਪ੍ਰਭੂ ਪਤੀ ਨਾਲ ਸਾਂਝ ਬਣਾਉਂਦੀ ਹੈ, ਜਿਹੜੀ ਅਹੰਕਾਰ ਛੱਡ ਕੇ ਪ੍ਰਭੂ ਪਤੀ ਦਾ ਹੁਕਮ ਮੰਨਦੀ ਰਹਿੰਦੀ ਹੈ। ਉਹ ਜੀਵ ਇਸਤਰੀ ਪ੍ਰਭੂ ਪਤੀ ਦੇ ਪਿਆਰ ਵਿੱਚ ਰੰਗੀ ਹੋਈ ਉਸ ਦੇ ਮਿਲਾਪ ਦਾ ਆਤਮਿਕ ਆਨੰਦ ਮਾਣਦੀ ਰਹਿੰਦੀ ਹੈ। ਇੱਕ ਸਤ ਸੰਗੀ ਸਹੇਲੀ ਦੂਜੇ ਸਤ ਸੰਗੀ ਸਹੇਲੀ ਨੂੰ ਪ੍ਰਭੂ ਪਤੀ ਦੇ ਮਿਲਾਪ ਦੇ ਤਰੀਕੇ ਬਾਰੇ ਸਮਝਾਉਂਦੀ ਹੈ ਤੇ ਆਖਦੀ ਹੈ ਕਿ ਜਿਹੜੀ ਜੀਵ ਇਸਤਰੀ ਉਹੀ ਕੁਝ ਕਰਦੀ ਹੈ ਜੋ ਪ੍ਰਭੂ ਨੂੰ ਪਸੰਦ ਆ ਜਾਂਦਾ ਹੈ, ਉਹ ਸੁਭਾਗ ਵਾਲੀ ਜੀਵ ਇਸਤਰੀ ਹੈ, ਉਸ ਪ੍ਰਭੂ ਦੇ ਚਰਨਾਂ ਵਿੱਚ ਲੀਨ ਰਹਿੰਦੀ ਹੈ। ਪਰ ਜਿਹੜੀ ਜੀਵ ਇਸਤਰੀ ਅਹੰਕਾਰ ਵਿੱਚ ਫਸੀ ਰਹਿੰਦੀ ਹੈ, ਉਹ ਪ੍ਰਭੂ ਪਤੀ ਦੇ ਚਰਨਾਂ ਵਿੱਚ ਥਾਂ ਪ੍ਰਾਪਤ ਨਹੀਂ ਕਰ ਸਕਦੀ। ਜਦੋਂ ਜ਼ਿੰਦਗੀ ਦੀ ਰਾਤ ਬੀਤ ਜਾਂਦੀ ਹੈ, ਤਦੋਂ ਉਹ ਪਛਤਾਉਂਦੀ ਹੈ। ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੀ ਉਹ ਮੰਦਭਾਗਣ ਜੀਵ ਇਸਤਰੀ ਸਦਾ ਦੁੱਖ ਪਾਉਂਦੀ ਰਹਿੰਦੀ ਹੈ। ਹੇ ਭਾਈ, ਲੋਕ ਲਾਜ ਦੀ ਖਾਤਰ ਮੈਂ ਤਾਂ ਹੀ ਪ੍ਰਮਾਤਮਾ ਦੇ ਦਰ 'ਤੇ ਅਰਦਾਸ ਕਰਦਾ ਕਿ ਜੇ ਮੈਂ ਉਸ ਨੂੰ ਕਿਤੇ ਦੂਰ ਵਸਦਾ ਸਮਝਾਂ, ਉਹ ਨਾਸ਼ ਰਹਿਤ ਪ੍ਰਮਾਤਮਾ ਤਾਂ ਹਰ ਥਾਂ ਵਿਆਪਕ ਹੈ। ਦਾਸ ਨਾਨਕ ਤਾਂ ਉਸ ਨੂੰ ਆਪਣੇ ਅੰਗ ਸੰਗ ਵਸਦਾ ਵੇਖ ਕੇ ਉਸ ਦੀ ਸਿਫਤ ਸਲਾਹ ਕਰਦਾ ਹੈ। ਸਤ ਸੰਤੋਖ ਕਰ ਭਾਓ, ਕੁੜਮ ਕੜੁਮਾਈ ਆਇਆ ਬਲਰਾਮ ਜੀਓ। ਸੰਤ ਜਨਾ ਕਰ ਮੇਲ, ਗੁਰ ਬਾਣੀ ਗਾਵਾਈਆ ਬਲਰਾਮ ਜੀਓ। ਬਾਣੀ ਗੁਰ ਗਾਈ ਪਰਮ ਗਤ ਪਾਈ, ਪੰਚ ਮਿਲੇ ਸੁਹਾਇਆ। ਗਿਆ ਕ੍ਰੋਧ ਮਮਤਾ ਤਨ ਨਾਠੀ, ਪਾਖੰਡ ਭਰਮ ਗਵਾਇਆ। ਹਉਮੈ ਪੀਰ ਗਈ ਸੁਖ ਪਾਇਆ, ਆਰੋਗਤ ਭਏ ਸਰੀਰਾ। ਗੁਰ ਪ੍ਰਸਾਦੀ ਬ੍ਰਹਮ ਪਛਾਤਾ, ਨਾਨਕ ਗੁਣੀ ਗਹੀਰਾ। ਪੰਨਾ 773। ਅਰਥ, ਹੇ ਰਾਮ ਜੀ, ਮੈਂ ਤੇਥੋਂ ਸਦਕੇ ਹਾਂ। ਜਿਸ ਜੀਵ ਇਸਤਰੀ ਨੂੰ ਪ੍ਰਭੂ ਪਤੀ ਨਾਲ ਮਿਲਾਉਣ ਵਾਸਤੇ ਵਿਚੋਲਾ ਗੁਰੂ ਆ ਕੇ ਮਿਲ ਪਿਆ, ਉਸ ਦੇ ਹਿਰਦੇ ਵਿੱਚ ਸੇਵਾ, ਸੰਤੋਖ, ਪ੍ਰੇਮ ਆਦਿਕ ਗੁਣ ਪੈਦਾ ਕਰਕੇ ਸਾਧ ਸੰਗਤ ਦਾ ਉਸ ਨਾਲ ਮੇਲ ਕਰਾ ਕੇ ਗੁਰੂ ਨੇ ਉਸ ਨੂੰ ਸਿਫਤ ਸਲਾਹ ਦੀ ਬਾਣੀ ਗਾਉਣ ਦੀ ਪ੍ਰੇਰਨਾ ਕੀਤੀ। ਗੁਰਬਾਣੀ ਉਪਦੇਸ਼ ਦ੍ਰਿੜ ਕਰਾ ਕੇ ਉਸ ਅਨੁਸਾਰ ਜੀਵਨ ਢਾਲਣ ਦੀ ਸਿੱਖਿਆ ਦਿੱਤੀ। ਜਦੋਂ ਜੀਵ ਇਸਤਰੀ ਨੇ ਗੁਰੂ ਦੀ ਉਚਾਰੀ ਹੋਈ ਪ੍ਰਭੂ ਦੀ ਸਿਫਤ ਸਲਾਹ ਵਾਲੀ ਬਾਣੀ ਗਾਉਣੀ, ਵਿਚਾਰਨੀ, ਹਿਰਦੇ ਵਿੱਚ ਵਸਾਉਣੀ ਸ਼ੁਰੂ ਕਰ ਦਿੱਤੀ, ਉਸ ਨੇ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲਈ। ਉਸ ਦੇ ਗਿਆਨ ਇੰਦਰੇ ਵਿਕਾਰਾਂ ਵੱਲ ਦੌੜਨ ਦੇ ਥਾਂ ਪ੍ਰਭੂ ਦੀ ਸਿਫਤ ਸਲਾਹ ਕਰਨ ਵਿੱਚ ਮਿਲ ਬੈਠੇ ਤੇ ਸੋਹਣੇ ਲੱਗਣ ਲੱਗ ਪਏ। ਉਸ ਦੇ ਅੰਦਰੋਂ ਕ੍ਰੋਧ ਦੂਰ ਹੋ ਗਿਆ, ਉਸ ਦੇ ਸਰੀਰ ਵਿੱਚ ਵਸਦੀ ਮਮਤਾ ਨੱਸ ਗਈ, ਉਸ ਦਾ ਪਖੰਡ ਅਤੇ ਭਟਕਣਾ ਜਾਂਦੇ ਰਹੇ। ਉਸ ਦੇ ਅੰਦਰੋਂ ਹਉਮੈ ਦੀ ਪੀੜ ਚਲੀ ਗਈ, ਉਸ ਦਾ ਸਾਰਾ ਸਰੀਰ ਨਰੋਆ ਹੋ ਗਿਆ ਤੇ ਉਸ ਨੂੰ ਆਤਮਿਕ ਆਨੰਦ ਪ੍ਰਾਪਤ ਹੋ ਗਿਆ। ਗੁਰੂ ਦੀ ਕਿਰਪਾ ਨਾਲ ਉਸ ਜੀਵ ਇਸਤਰੀ ਨੇ ਗੁਣਾਂ ਦੇ ਮਾਲਕ, ਡੂੰਘੇ ਜਿਗਰੇ ਵਾਲੇ ਪ੍ਰਮਾਤਮਾ ਨਾਲ ਸਾਂਝ ਪਾ ਲਈ। ਹੁਕਮ ਬੂਝੈ ਸੋ ਸੇਵਕ ਕਹੀਐ, ਬੁਰਾ ਭਲਾ ਦੋਇ ਸੰਸਰ ਸਹੀਐ। ਹਉਮੈ ਜਾਏ ਤਾਂ ਏਕੋ ਬੂਝੈ, ਸੋ ਗੁਰਮੁਖ ਸਹਿਜ ਸਮਾਇਂਦਾ। ਪੰਨਾ 1076। ਅਰਥ, ਹੇ ਭਾਈ, ਉਹ ਮਨੁੱਖ ਪਰਮਾਤਮਾ ਦਾ ਭਗਤ ਆਖਿਆ ਜਾਂਦਾ ਹੈ ਜਿਹੜਾ ਹਰੇਕ ਹੋ ਰਹੀ ਕਾਰ ਨੂੰ ਪਰਮਾਤਮਾ ਦੀ ਸਮਝਦਾ ਹੈ ਤੇ ਇਹ ਨਿਸ਼ਚਾ ਰੱਖਦਾ ਹੈ ਕਿ ਦੁੱਖ ਆਵੇ ਚਾਹੇ ਸੁੱਖ, ਦੋਹਾਂ ਨੂੰ ਇੱਕੋ ਜਿਹਾ ਸਹਾਰਨਾ ਚਾਹੀਦਾ ਹੈ। ਪਰ ਮਨੁੱਖ ਤਦੋਂ ਹੀ ਸਿਰਫ ਪਰਮਾਤਮਾ ਨੂੰ ਸਭ ਕੁਝ ਕਰਨ ਕਾਰਨ ਵਾਲਾ ਸਮਝਦਾ ਹੈ ਜਦੋਂ ਉਸ ਦੇ ਅੰਦਰੋਂ ਹਉਮੈ ਦੂਰ ਹੁੰਦੀ ਹੈ। ਉਹ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ। ਹਉਮੈ ਮਾਇਆ ਮੋਹਣੀ ਦੂਜੇ ਲੱਗੇ ਜਾਏ, ਨਾ ਇਹ ਮਾਰੀ ਨਾ ਮਰੇ, ਨਾ ਇਹ ਹਟ ਵਿਕਾਏ। ਗੁਰ ਕੇ ਸ਼ਬਦ ਪਰ ਜਾਲੀਏ, ਤਾਂ ਇਹ ਵਿੱਚੋਂ ਜਾਏ। ਤਨ ਮਨ ਹੋਵੇ ਉਜਲਾ, ਨਾ ਵਸੈ ਮਨਿਆਏ। ਨਾਨਕ ਮਾਇਆ ਕਾ ਮਾਰਨ ਸ਼ਬਦ ਹੈ, ਗੁਰਮੁਖ ਪਾਇਆ ਜਾਏ। ਪੰਨਾ 853। ਅਰਥ, ਮਾਇਆ ਦੀ ਹਉਮੈ ਸਾਰੇ ਸੰਸਾਰ ਨੂੰ ਆਪਣੇ ਵੱਸ ਵਿੱਚ ਕਰਨ ਦੀ ਸਮਰੱਥਾ ਵਾਲੀ ਹੈ। ਇਸ ਦੇ ਅਸਰ ਹੇਠ ਜੀਵ ਪਰਮਾਤਮਾ ਨੂੰ ਵਿਸਾਰ ਕੇ ਹੋਰ ਮਾਇਆ ਦੇ ਮੋਹ ਵਿੱਚ ਜਾ ਫਸਦਾ ਹੈ।
ਇਹ ਹਉਮੈ ਨਾ ਕਿਸੇ ਪਾਸੋਂ ਮਾਰੀ ਜਾ ਸਕਦੀ ਹੈ, ਨਾ ਹੀ ਇਹ ਆਪ ਮਰਦੀ ਹੈ, ਨਾ ਹੀ ਇਹ ਕਿਸੇ ਹੱਟੀ ਤੇ ਵੇਚੀ ਜਾ ਸਕਦੀ ਹੈ। ਜਦੋਂ ਇਸ ਨੂੰ ਗੁਰੂ ਦੇ ਸ਼ਬਦ ਗਿਆਨ ਦੀ ਰਾਹੀਂ ਚੰਗੀ ਤਰ੍ਹਾਂ ਸਾੜ ਦਈਏ, ਤਦੋਂ ਹੀ ਇਹ ਜੀਵ ਦੇ ਅੰਦਰੋਂ ਮੁੱਕਦੀ ਹੈ। ਭਾਵ ਜੀਵ ਤੇ ਆਪਣਾ ਕੋਝਾ ਪ੍ਰਭਾਵ ਨਹੀਂ ਪਾ ਸਕਦੀ। ਇਹ ਭਾਈ, ਜਿਸ ਮਨੁੱਖ ਦੇ ਅੰਦਰੋਂ ਮਾਇਆ ਦੀ ਹਉਮੈ ਮੁੱਕਦੀ ਹੈ, ਉਸ ਦਾ ਤਨ ਮਨ ਪਵਿੱਤਰ ਹੋ ਜਾਂਦਾ ਹੈ। ਉਸ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਆ ਵਸਦਾ ਹੈ। ਇਹ ਨਾਨਕ, ਗੁਰੂ ਦਾ ਸ਼ਬਦ ਹੀ ਮਾਇਆ ਦਾ ਪ੍ਰਭਾਵ ਮੁਕਾਉਣ ਦਾ ਵਸੀਲਾ ਹੈ। ਇਹ ਸ਼ਬਦ ਗੁਰੂ ਦੀ ਸ਼ਰਨ ਪਿਆ ਮਿਲਦਾ ਹੈ। ਨਾ ਹਮ ਚੰਗੇ ਆਖੀਐ, ਬੁਰਾ ਨਾ ਦਿਸੈ ਕੋਏ, ਨਾਨਕ ਹਉਮੈ ਮਾਰੀਏ, ਸੱਚੇ ਜਿਹੜਾ ਸੋਏ। ਪੰਨਾ 1015। ਅਰਥ, ਗੁਰੂ ਨਾਨਕ ਸਾਹਿਬ ਜੀ ਦਾ ਫਰਮਾਨ, ਪ੍ਰਭੂ ਚਰਨਾਂ ਵਿੱਚ ਇੱਕਮਿਕ ਹੋਣ ਵਾਸਤੇ ਹਉਮੈ ਦੂਰ ਕਰਨੀ ਚਾਹੀਦੀ ਹੈ। ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਹਉਮੈ ਦੂਰ ਕੀਤੀ, ਉਹ ਸਦਾ ਥਿਰ ਪ੍ਰਭੂ ਵਰਗਾ ਹੀ ਬਣ ਗਿਆ। ਅਜਿਹੇ ਭਾਗਾਂ ਵਾਲੇ ਬੰਦੇ ਇਹ ਨਿਸ਼ਚਾ ਰੱਖਦੇ ਹਨ ਕਿ ਅਸੀਂ ਸਭ ਤੋਂ ਚੰਗੇ ਨਹੀਂ ਆਖੇ ਜਾ ਸਕਦੇ ਤੇ ਸਾਥੋਂ ਭੈੜਾ ਕੋਈ ਮਨੁੱਖ ਜਗਤ ਵਿੱਚ ਨਹੀਂ ਦਿਸਦਾ। ਹਉਮੈ ਜਾਈ ਤਾਂ ਕੰਤ ਸਮਾਈ, ਤਉ ਕਾਮਣ ਪਿਆਰੇ ਨਵ ਨਿਧ ਪਾਈ। ਪੰਨਾ 750। ਖੁਦੀ ਮਿੱਟੀ ਤਬ ਸੁਖ ਭਏ, ਮਨ ਤਨ ਭਏ ਅਰੋਗ, ਨਾਨਕ ਦ੍ਰਿਸ਼ਟੀ ਆਇਆ, ਉਸਤਤ ਕਰਨੇ ਜੋਗ। ਪੰਨਾ 260। ਕਰਮ ਹੋਵੈ ਸੋਈ ਜਨ ਪਾਏ, ਗੁਰਮੁਖ ਬੂਝੈ ਕੋਈ, ਨਾਨਕ ਵਿੱਚੋਂ ਹਉਮੈ ਮਾਰੇ, ਤਾਂ ਹਰ ਭੇਟੈ ਸੋਈ। ਪੰਨਾ 491। ਸਭਨਾ ਵਿੱਚ ਵਰਤੈ ਇੱਕ ਸੋਈ, ਗੁਰ ਪ੍ਰਸਾਦੀ ਪ੍ਰਗਟ ਹੋਈ, ਹਉਮੈ ਮਾਰ ਸਦਾ ਸੁਖ ਪਾਇਆ, ਨਾਏ ਸੱਚੇ ਅੰਮ੍ਰਿਤ ਪੀਜੈ ਹੈ। ਪੰਨਾ 1049। ਝੂਠ ਨਾ ਬੋਲ ਪਾਂਡੇ ਸੱਚ ਕਹੀਐ, ਹਉਮੈ ਜਾਏ ਸ਼ਬਦ ਕਰ ਲਈਐ। ਪੰਨਾ 904। ਧਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ, ਗੁਰ ਪੂਰੇ ਹਉਮੈ ਭੀਤ ਤੋਰੀ, ਜਨ ਨਾਨਕ ਮਿਲੇ ਬਨਵਾਰੀ। ਪੰਨਾ 1263। ਨਿਆਰੇ ਗਿਆਨ ਵਾਲੀ, ਨਿਆਰੇ ਸਿਧਾਂਤ ਵਾਲੀ, ਨਿਆਰੀ ਮਰਜ਼ਾਦਾ ਵਾਲੀ, ਨਿਆਰੇ ਸੰਤ ਸੂਰਮਿਆਂ ਦੀ ਜਮਾਤ ਦਾ ਨਿਰਮਾਣ ਕਰਨ ਆਏ ਸਤਿਗੁਰੂ ਨਾਨਕ ਸਾਹਿਬ ਜੀ ਦਾ ਹਉਮੈ ਰੋਗ ਬਾਰੇ ਫੁਰਮਾਨ ਅਥਵਾ ਹਉਮੈ ਰੋਗ ਦੀ ਨਿਵ੍ਰਿਤੀ ਦਾ ਗਿਆਨ। ਹਉਮੈ ਕਰਤ ਭੇਖੀ ਨਹੀਂ ਜਾਣਿਆ, ਗੁਰਮੁਖ ਭਗਤ ਵਿਰਲੇ ਮਨ ਮਾਨਿਆ, ਹਉ ਹਉ ਕਰਤ ਨਹੀਂ ਸੱਚ ਪਾਈਐ, ਹਉਮੈ ਜਾਏ ਪਰਮ ਪਦ ਪਾਈਐ ਰਹਾਉ। ਹਉਮੈ ਕਰ ਰਾਜੇ ਬਹੁ ਧਾਮੇ, ਹਉਮੈ ਖਪੇ ਜਨਮ ਮਰ ਆਵੇਂ, ਹਉਮੈ ਨਿਵਰੇ ਗੁਰ ਸ਼ਬਦ ਵਿਚਾਰੈ, ਚੰਚਲ ਮਤ ਤਿਆਗੈ ਪੰਚ ਸੰਘਾਰੈ। ਅੰਤਰ ਸਾਚ ਸਹਿਜ ਕਰਿਆ ਮੈਂ, ਰਾਜਨ ਜਾਣ ਪਰਮ ਗਤ ਪਾਵੇਂ, ਸੱਚ ਕਰਨੀ ਗੁਰ ਭਰਮ ਚੁਕਾਵੈ, ਨਿਰਭਉ ਕੈ ਘਰ ਤਾੜੀ ਲਾਵੈ। ਹਉ ਹਉ ਕਰ ਮਰਨਾ ਕਿਆ ਪਾਵੈ, ਪੂਰਾ ਗੁਰ ਭੇਟੇ ਸੋ ਝਗਰ ਚੁਕਾਵੈ। ਜੇਤੀ ਹੈ ਤੇਤੀ ਕੈ ਨਾਹੀ, ਗੁਰਮੁਖ ਗਿਆਨ ਭੇਟ ਗੁਣ ਗਾਹੀ, ਹਉਮੈ ਬੰਧਨ ਬੰਧ ਪਵਾਵੈ, ਨਾਨਕ ਰਾਮ ਭਗਤ ਸੁਖ ਪਾਵੈ। ਪੰਨਾ 226। ਭਾਗ ਸਤਵਾਂ। ਨਿੰਦੋ ਨਾਹੀ ਕਾਹੂ ਬਾਤੈ, ਇਹ ਖਸਮ ਕਾ ਕੀਆ। ਸਤਿਗੁਰ ਦਾ ਫਰਮਾਨ ਹੈ ਕਿ ਸਿਰਜਣਹਾਰ ਅਕਾਲ ਪੁਰਖ ਜੀ ਨੇ ਪੰਜ ਤੱਤਾਂ ਤੋਂ ਸਾਰੀ ਸ੍ਰਿਸ਼ਟੀ ਅਤੇ ਹਉਮੈ ਸਮੇਤ ਪੰਜੇ ਵਿਕਾਰ ਵੀ ਪਰਮਾਤਮਾ ਨੇ ਆਪ ਹੀ ਬਣਾਏ ਹਨ। ਹਰ ਆਪੇ ਪੰਜ ਤੱਤ ਵਿਸਤਾਰਾ, ਵਿੱਚ ਧਾਤੂ ਪੰਜ ਆਪ ਪਾਵੈ, ਜਾਂ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗਰ ਚੁਕਾਵੈ। ਪੰਨਾ 720। ਅਰਥ, ਪਰਮਾਤਮਾ ਨੇ ਆਪ ਹੀ ਆਪਣੇ ਆਪ ਤੋਂ ਪੰਜ ਤੱਤਾਂ ਦਾ ਜਗਤ ਖਿਲਾਰਾ ਖਿਲਾਰਿਆ ਹੋਇਆ ਹੈ। ਆਪ ਹੀ ਇਹਨਾਂ ਤੱਤਾਂ ਵਿੱਚ ਪੰਜ ਵਿਸ਼ੇ ਵਿਕਾਰ ਭਰੇ ਹੋਏ ਹਨ। ਸਤਿਗੁਰ ਜੀ ਦਾ ਫਰਮਾਨ ਹੈ ਕਿ ਪਰਮਾਤਮਾ ਆਪ ਹੀ ਆਪਣੇ ਸੇਵਕ ਨੂੰ ਗੁਰੂ ਨਾਨਕ ਨਾਲ ਮਿਲਾਉਂਦਾ ਹੈ ਅਤੇ ਆਪ ਹੀ ਉਸ ਦੇ ਅੰਦਰੋਂ ਹਰੇਕ ਕਿਸਮ ਦੀ ਖਿੱਚੋ ਤਾਣ ਮੁਕਾਉਂਦਾ ਹੈ। ਇਹ ਜਗ ਆਪ ਉਪਾਇਨ, ਕਰ ਚੋਜ ਵਿਡਾਨ, ਪੰਜ ਧਾਤ ਵਿੱਚ ਪਾਈਨ, ਮੋਹ ਝੂਠ ਗੁਮਾਨ, ਆਵੇ ਜਾਏ ਭਵਾਈਐ, ਮਨ ਮੁਖ ਅਗਿਆਨ। ਪੰਨਾ 786। ਅਰਥ, ਹੈਰਾਨ ਕਰਨ ਵਾਲੇ ਕੌਤਕ ਕਰਕੇ ਪ੍ਰਭੂ ਨੇ ਆਪ ਇਹ ਜਗਤ ਪੈਦਾ ਕੀਤਾ। ਇਸ ਵਿੱਚ ਪੰਜ ਤੱਤ ਪਾ ਦਿੱਤੇ ਜੋ ਮੋਹ ਝੂਠ ਤੇ ਗੁਮਾਨ ਆਦਿਕ ਦਾ ਮੂਲ ਹਨ। ਗਿਆਨਹੀਣ ਆਪ ਹੁਦਰਾ ਮਨੁੱਖ ਇਹਨਾਂ ਵਿੱਚ ਫਸ ਕੇ ਭਟਕਦਾ ਹੈ ਤੇ ਜੰਮਦਾ ਮਰਦਾ ਹੈ। ਸਦਾ ਸਦਾ ਤੂੰ ਏਕ ਹੈ, ਤੁਧ ਦੂਜਾ ਖੇਲ ਰਚਾਇਆ, ਹਉਮੈ ਗਰਭ ਉਪਾਏ ਕਹਿ, ਲੋਭ ਅੰਤਰ ਜਨਤਾ ਪਾਇਆ, ਜਿਉ ਭਾਵੇ ਤਿਉ ਰਖ ਤੂੰ,
ਸਭ ਕਰੇ ਤੇਰਾ ਕਰਾਇਆ। ਇਕ ਨਾ ਬਖਸ਼ੇ ਮੇਲ ਲੈ, ਗੁਰਮਤੀ ਤੁਧੈ ਲਾਇਆ। ਇਕ ਖੜੇ ਕਰੇ ਤੇਰੀ ਚਾਕਰੀ, ਵਿਣ ਨਾਵੇਂ ਹੋਰ ਨਾ ਪਾਇਆ। ਹੋਰ ਕਾਰ ਬੇਕਾਰ ਹੈ, ਇਕ ਸੱਚੀ ਕਾਰੇ ਲਾਇਆ। ਪੁੱਤ ਕਲੱਤ ਕੁਟੰਬ ਹੈ, ਇਕ ਅਲਿਪਤ ਰਹੇ ਜੋ ਤੁਧ ਪਾਇਆ। ਉਹ ਅੰਦਰੋਂ ਬਾਹਰੋਂ ਨਿਰਮਲੇ, ਸੱਚੇ ਨਾਹੀਂ ਸਮਾਇਆ। ਪੰਨਾ 139। ਅਰਥ ਹੈ ਪ੍ਰਭੂ, ਤੂੰ ਸਦਾ ਇੱਕ ਆਪ ਹੀ ਆਪ ਹੈ। ਇਹ ਤੇਥੋਂ ਵੱਖਰਾ ਦਿਖਦਾ ਤਮਾਸ਼ਾ ਤੂੰ ਆਪ ਹੀ ਰਚਿਆ ਹੈ। ਤੂੰ ਜੀਵਾਂ ਦੇ ਅੰਦਰ ਹਉਮੈ ਹੰਕਾਰ ਪੈਦਾ ਕਰਕੇ ਅੰਦਰ ਲੋਭ ਵੀ ਪਾ ਦਿੱਤਾ ਹੈ। ਸੋ ਸਾਰੇ ਜੀਵ ਤੇਰੇ ਹੀ ਪ੍ਰੇਰੇ ਹੋਏ ਕਾਰ ਕਰ ਰਹੇ ਹਨ। ਜਿਵੇਂ ਤੈਨੂੰ ਭਾਵੇ ਤਿਵੇਂ ਇਹਨਾਂ ਦੀ ਰੱਖਿਆ ਕਰ। ਇਹਨਾਂ ਗੁਰੂ ਫਰਮਾਨਾਂ ਤੋਂ ਸਪਸ਼ਟ ਹੈ ਕਿ ਪੰਜੇ ਵਿਕਾਰ ਸਿਰਜਣਹਾਰ ਦੀ ਹੀ ਦੇਣ ਹਨ। ਉਪਰੋਕਤ ਗੁਰੂ ਸ਼ਬਦਾਂ ਵਿੱਚ ਕਾਮ, ਕ੍ਰੋਧ, ਲੋਭ, ਮੋਹ ਬਾਰੇ ਅਤੇ ਅੱਡ-ਅੱਡ ਵੀ ਅਸੀਂ ਪੜ੍ਹਿਆ ਹੈ ਕਿ ਦਤਾਰ ਦੇ ਬਖਸ਼ੇ ਉਹ ਸਾਰੇ ਗੁਣਾਂ ਦੀ ਮਾਇਆ ਮੋਹ ਵਿੱਚ ਗ੍ਰਸੇ ਮਨੁੱਖ ਨੇ ਅਜਿਹੀ ਦੁਰਵਰਤੋਂ ਕੀਤੀ ਕਿ ਉਹ ਬੜਮੁੱਲੇ ਗੁਣਾਂ ਤੋਂ ਔਗਣ ਅਥਾ ਵਿਕਾਰ ਬਣਾ ਲਏ ਹਨ। ਉਸ ਕਰਤਾਰ ਖਸਮ ਦੇ ਕੀਤੇ ਕਿਸੇ ਕੰਮ ਨੂੰ ਨਿੰਦਣਾ ਗੁਰਮਤਿ ਵਿਰੁੱਧ ਕਰਮ ਹੈ, ਕਿਉਂਕਿ ਉਸ ਦਾ ਕੋਈ ਵੀ ਕੰਮ ਨਿੰਦਣਯੋਗ ਹੈ ਹੀ ਨਹੀਂ। ਸਿਰਜਣਹਾਰ ਨੇ ਜੋ ਕੁਝ ਵੀ ਬਣਾਇਆ ਹੈ ਉਹ ਜੀਵ ਦੀ ਭਲਾਈ ਲਈ ਹੀ ਬਣਾਇਆ ਹੈ। ਪਰ ਜਿਵੇਂ ਬਹੁ ਸਾਧੋਂ ਦੁੱਖ ਪ੍ਰਾਪਤ ਹੋਵੇ, ਭੋਗੋਂ ਰੋਗ ਸੋ ਅੰਤ ਭਿਗੋਵੈ। ਪੰਨਾ 1034। ਖਾਣ ਲਈ ਅੰਮ੍ਰਿਤਮਈ ਸਵਾਦਿਸ਼ਟ ਪਦਾਰਥਾਂ ਨੂੰ ਸੰਜਮ ਵਿੱਚ ਰਹਿ ਕੇ ਨਾ ਖਾਣ ਨਾਲ ਦੁਖਦਾਈ ਬਣ ਜਾਂਦੇ ਹਨ ਅਤੇ ਸੰਜਮ ਤੋਂ ਬਾਹਰੇ ਸੁਖਦਾਇਕ ਭੋਗ ਵੀ ਰੋਗ ਬਣ ਜਾਣ ਦੇ ਕਾਰਨ ਮਨੁੱਖ ਖੱਜਲ ਖੁਆਰ ਹੁੰਦੇ ਹਨ। ਮੈਂ ਦੂਜੇ ਨਾਲੋਂ ਵਧੀਆ ਅਤੇ ਬਹੁਤ ਸੁਖਦਾਈ ਮਸ਼ੀਨ ਬਣਾਉਣੀ ਹੈ। ਮੈਂ ਦੂਜੇ ਨਾਲੋਂ ਅਲੌਕਾਰ ਭਵਨ ਬਣਾਉਣਾ ਹੈ। ਮੈਂ ਯਤਨ ਕਰਕੇ ਬੜੀ ਲਾਭਦਾਇਕ ਦਵਾਈ ਬਣਾ ਕੇ ਵਾਹ-ਵਾਹ ਖੱਟਣੀ ਹੈ। ਬਸ ਇਸ ਤਰ੍ਹਾਂ ਦੀ ਹਉਮੈ ਦੇ ਕਾਰਨ ਹੀ ਸਾਇੰਸ ਦਾ ਯੁੱਗ ਛਾਲਾਂ ਮਾਰਦਾ ਅੱਗੇ ਵੱਧਦਾ ਤੁਰਿਆ ਜਾ ਰਿਹਾ ਹੈ। ਇਸੇ ਹਉਮੈ ਨੇ ਹੀ ਬੜੀਆਂ ਆਲੀਸ਼ਾਨ ਇਮਾਰਤਾਂ ਬਣਵਾਈਆਂ। ਹਉਮੈ ਨੇ ਹੀ ਸੁੰਦਰ ਬਾਗ ਬਗੀਚੇ, ਵਿਸ਼ਾਲ ਚਿੜੀਆ ਘਰ ਅਤੇ ਅਦਭੁਤ ਅਜਾਇਬ ਘਰ ਆਦਿ ਕਈ ਪ੍ਰਕਾਰ ਦੀ ਜਾਣਕਾਰੀ ਵਧਾਉਣ ਦੇ ਸਾਧਨਾਂ ਦੇ ਨਾਲ ਮਨੋਰੰਜਨ ਮੁਹੱਈਆ ਕਰਨ ਵਾਲੇ ਸੁੰਦਰ ਥਾਂ ਬਣਵਾਏ। ਚੰਗੇ ਤੋਂ ਚੰਗੇ ਖਿਲਾੜੀ, ਪਹਿਲਵਾਨ, ਭਾਰ ਚੁੱਕਣ ਵਾਲੇ, ਹਵਾ ਦੇ ਵੇਗ ਵਾਲੇ ਦੌੜਾਕ ਸਾਰੇ ਦੇ ਸਾਰੇ ਹਉਮੈ ਨੇ ਹੀ ਪੈਦਾ ਕੀਤੇ ਹਨ। ਮੈਂ ਸਾਰਿਆਂ ਨੂੰ ਹਰਾ ਕੇ ਸਰਬ ਸ੍ਰੇਸ਼ਟ ਇਨਾਮ ਜਿੱਤਣਾ ਹੈ। ਕੀ ਇਹ ਹਉਮੈ ਨਹੀਂ ਹੈ? ਖੇਡਾਂ ਦੇ ਮੈਦਾਨ ਵਿੱਚ ਨਿੱਤ ਪੁਰਾਣੇ ਹੱਦ ਬਣੇ ਰਿਕਾਰਡ ਕੇਵਲ ਹਉਮੈ ਦੀ ਹੀ ਤੋੜ ਰਹੀ ਹੈ। ਕਈ ਵਿਦਵਾਨਾਂ ਨੇ ਤਾਂ ਇਹ ਵੀ ਲਿਖ ਦਿੱਤਾ ਹੈ ਕਿ ਇਹ ਸੰਸਾਰ ਵੀ ਰੱਬ ਦੀ ਹਉਮੈ ਦੀ ਹੀ ਪੈਦਾਇਸ਼ ਹੈ। ਗੁਰੂ ਬਾਣੀ ਵਿੱਚੋਂ ਤਾਂ ਇਹ ਸੰਕੇਤ ਵੀ ਮਿਲਦਾ ਹੈ ਕਿ ਭਗਤ ਧੰਨਾ ਜੀ ਨੂੰ ਭਗਤੀ ਵੱਲ ਪ੍ਰੇਰਨ ਵਾਲੀ ਵੀ ਉਸ ਦੀ ਨਿਰਮਲ ਹਉਮੈ ਹੀ ਸੀ। ਇਸ ਪੁਸਤਕ ਮਾਲਾ ਦੇ ਤੀਜੇ ਭਾਗ ਦੇ ਦੂਜੇ ਕਾਂਡ ਵਿੱਚ 66 ਨੰਬਰ ਤੇ ਆਸਾ ਰਾਗ ਵਿੱਚੋਂ ਪੰਚਮ ਪਾਤਸ਼ਾਹ ਜੀ ਦਾ ਸ਼ਬਦ ਬੜੇ ਵਿਸਥਾਰ ਨਾਲ ਵਿਚਾਰਿਆ ਹੋਇਆ ਹੈ। ਉਸ ਸ਼ਬਦ ਦੀ ਆਖਰੀ ਤੁਕ ਹੈ, ਇਹ ਬਿਦ ਸੁਣ ਕੇ ਜਾਟ ਰੋਟ ਭਗਤੀ ਲਾਗਾ, ਮਿਲੇ ਪ੍ਰਤੱਖ ਗੋਸਾਈਆਂ ਧੰਨਾ ਵਡਭਾਗਾ। ਪੰਨਾ 487। ਭਾਵ ਜਦੋਂ ਧੰਨੇ ਜੱਟ ਨੇ ਇਹ ਸੁਣਿਆ ਕਿ ਕੰਮੀ ਕਮੀਣ ਪ੍ਰਭੂ ਦੇ ਭਗਤ ਬਣ ਕੇ ਲੋਕਾਂ ਵਿੱਚ ਸਤਿਕਾਰਯੋਗ ਬਣ ਗਏ ਹਨ, ਤਾਂ ਉਸਦੇ ਸਵੈ ਮਾਣ ਨੇ ਹੁਲਾਰਾ ਖਾਧਾ। ਹਉਮੈ ਜਾਗੀ ਕਿ ਮੈਂ ਜੱਟ ਹੋ ਕੇ ਪਿੱਛੇ ਰਹਿ ਗਿਆ, ਸੋ ਵੀ ਭਗਤੀ ਵਿੱਚ ਜੁਟ ਗਿਆ ਤੇ ਉਸ ਦੀ ਉਹ ਪਵਿੱਤਰ ਹਉਮੈ ਉਸ ਲਈ ਦਾਰੂ ਬਣ ਗਈ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ। ਸਾਧੂ ਸੰਗਮੇ ਹਾਂ, ਪੂਰਨ ਸੰਜਮੇ ਹਾਂ, ਜਬ ਤੇ ਛੁੱਟੇ ਆਪ ਹਾਂ, ਤਬ ਤੇ ਮਿਟੇ ਤਾਪ ਹਾਂ, ਕਿਰਪਾ ਧਾਰੀਆਂ ਹਾਂ, ਪਤ ਰਖ ਬਨਵਾਰੀਆ ਮੇਰੇ ਮਨਾ। ਪੰਨਾ 410। ਅਰਥ, ਇਹ ਮੇਰੇ ਮਨ, ਗੁਰੂ ਦੀ ਸੰਗਤ ਵਿੱਚ ਰਿਹਾ ਉਹ ਜੁਗਤ ਪੂਰਨ ਤੌਰ ਤੇ ਆ ਜਾਂਦੀ ਹੈ, ਜਿਸ ਨਾਲ ਗਿਆਨ ਇੰਦਰੇ ਵਸ ਵਿੱਚ ਆ ਜਾਂਦੇ ਹਨ। ਇਹ ਮਨ ਜਿਸ ਵੇਲੇ ਮਨੁੱਖ ਦੇ ਅੰਦਰੋਂ ਹਉਮੈ ਹੰਕਾਰ ਮੁੱਕ ਜਾਂਦਾ ਹੈ ਤੇ ਗੁਰੂ ਦੀ ਓਟ ਠੀਕ ਜਾਪਦੀ ਹੈ, ਉਸੇ ਵੇਲੇ ਤੋਂ ਮਨ ਦੇ ਸਾਰੇ ਦੁੱਖ ਕਲੇਸ਼ ਦੂਰ ਹੋ ਜਾਂਦੇ ਹਨ। ਸੋ ਹੇ ਮੇਰੇ ਮਨ, ਗੁਰੂ ਦੀ ਸੰਗਤ ਵਿੱਚ ਰਹਿ ਕੇ ਪ੍ਰਭੂ ਦਰ ਤੇ ਅਰਦਾਸ ਕਰ ਆਖ, ਹੇ ਜਗਤ ਦੇ ਮਾਲਕ ਪ੍ਰਭੂ, ਮੇਰੇ ਉੱਤੇ ਮਿਹਰ ਕਰ, ਮੇਰੀ ਸ਼ਰਨ ਪਏ ਦੀ ਇੱਜ਼ਤ ਰੱਖ। ਭਾਗ 8ਵਾਂ। ਵਸਗਤ ਪੰਚ ਕਰੇ ਨਾ ਡੋਲੇ। ਉੱਪਰ ਅਸਾਂ ਕਈ ਸ਼ਬਦ ਵਿਚਾਰੇ ਹਨ ਜਿਨ੍ਹਾਂ ਤੋਂ ਇਹੀ ਭਰਮ ਬਣਦਾ ਹੈ ਕਿ ਸਤਿਗੁਰਾਂ ਨੇ ਹਉਮੈ ਨੂੰ ਮਾਰ ਦੇਣ ਦਾ ਅਥਵਾ ਖਤਮ ਕਰ ਦੇਣ ਦੀ ਹੀ ਥਾਂ-ਥਾਂ ਉਪਦੇਸ਼ ਦਿੱਤਾ ਹੈ। ਪਰ ਅਸੀਂ ਇਹ ਗੱਲ ਭੁੱਲ ਰਹੇ ਹੁੰਦੇ ਹਾਂ
ਕਿ ਕਰਤਾਰ ਦੇ ਹੁਕਮ ਵਿੱਚ ਰਹਿਣ ਦੀ ਜਾਚ ਸਿਖਾਉਣ ਆਏ ਗੁਰੂ ਨਾਨਕ ਸਾਹਿਬ ਜੀ ਅਤੇ ਉਹਨਾਂ ਦੇ ਹੀ ਬਾਕੀ ਸਰੂਪ ਸੱਚੇ ਸਤਿਗੁਰੂ ਸਾਹਿਬਾਨ ਪਰਮਾਤਮਾ ਦੇ ਹੀ ਕੀਤੇ ਨੂੰ ਮਿਟਾਉਣ ਦੀ ਵਿਚਾਰ ਕਿਵੇਂ ਲਿਖ ਸਕਦੇ ਹਨ। ਭਰਮ ਨੂੰ ਮੁਕਾਉਣ ਲਈ ਆਓ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਵਿੱਚ ਹਾਜ਼ਰ ਹੋਈਏ। ਖਾਲਸਾ ਸਿਧਾਂਤ ਦੇ ਜਨਮਦਾਤਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਸ਼ਿੰਦਰ ਨਾਮੀ ਜੋਗੀ ਨੂੰ ਵਿਰਕਤ ਸਾਧ ਦੇ ਲੱਛਣ ਸਮਝਾਉਂਦੇ ਹੋਏ ਫਰਮਾਨ ਕਰਦੇ ਹਨ। ਸੁਣ ਮਸ਼ਿੰਦਰਾ ਨਾਨਕ ਬੋਲੇ, ਵਸਗਤ ਪੰਚ ਕਰੇ ਨਾ ਡੋਲੇ, ਐਸੀ ਜੁਗਤ ਜੋਗ ਕੋ ਪਾਲੇ, ਆਪ ਧਰੇ ਸਗਲੇ ਕੁਲ ਤਾਰੇ। ਪੰਨਾ 877। ਅਰਥ, ਗੁਰੂ ਨਾਨਕ ਜੀ ਮਸ਼ਿੰਦਰ ਜੋਗੀ ਦਾ ਧਿਆਨ ਆਪਣੇ ਬਚਨਾਂ ਵੱਲ ਦਿਵਾਉਂਦੇ ਹੋਏ ਫਰਮਾਉਂਦੇ ਹਨ, ਹੇ ਮਸ਼ਿੰਦਰ ਸੁਣ, ਅਸਲ ਵਿਰਕਤ ਕਾਮਾਦਿਕ ਪੰਜੇ ਵਿਕਾਰਾਂ ਨੂੰ ਆਪਣੇ ਵਸ ਵਿੱਚ ਕਰੀ ਰੱਖਦਾ ਹੈ। ਇਹਨਾਂ ਦੇ ਸਾਹਮਣੇ ਉਹ ਕਦੇ ਡੋਲਦਾ ਨਹੀਂ। ਉਹ ਵਿਰਕਤ ਇਸ ਤਰ੍ਹਾਂ ਦੇ ਜੀਵਨ ਜੁਗਤ ਨੂੰ ਸੰਭਾਲ ਰੱਖਦਾ ਹੈ। ਇਹੀ ਹੈ ਉਸ ਦਾ ਯੋਗ ਸਾਧਨ। ਇਸ ਜੁਗਤ ਨਾਲ ਉਹ ਆਪ ਸੰਸਾਰ ਸਮੁੰਦਰ ਦੇ ਵਿਕਾਰਾਂ ਵਿੱਚੋਂ ਪਾਰ ਲੰਘ ਜਾਂਦਾ ਹੈ ਤੇ ਆਪਣੀਆਂ ਸਾਰੀਆਂ ਕੁੱਲਾਂ ਨੂੰ ਵੀ ਪਾਰ ਲੰਘਾ ਲੈਂਦਾ ਹੈ। ਅਗਲੇ ਗੁਰੂ ਫਰਮਾਨ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਨਾਮ ਸਿਮਰਨ ਦੀ ਬਦੌਲਤ ਪੰਜ ਵਿਕਾਰ ਵਸ ਵਿੱਚ ਆਉਂਦੇ ਹਨ। ਖਤਮ ਹੋਣ ਦੀ ਗੱਲ ਸਤਿਗੁਰਾਂ ਨੇ ਬਿਲਕੁਲ ਨਹੀਂ ਕੀਤੀ। ਜੋ ਹਰ ਨਾਮ ਤੇ ਆਇਂਦੇ ਮੇਰੀ ਜਿੰਦੜੀਏ, ਤਿੰਨਾ ਪੰਜੇ ਵਾਸਕਤ ਆਏ ਰਾਮ, ਅੰਤਰ ਨਾਮਨਿਧ ਨਾਮ ਹੈ ਮੇਰੀ ਜਿੰਦੜੀਏ, ਗੁਰ ਸਤਿਗੁਰ ਅਲਖ ਲਖਾਏ ਰਾਮ, ਗੁਰ ਆਸਾ ਮਨਸਾ ਪੂਰੀਆਂ ਮੇਰੀ ਜਿੰਦੜੀਏ, ਹਰ ਮਿਲਿਆ ਭੁੱਖ ਸਭ ਜਾਏ ਰਾਮ, ਤੁਰ ਮਸਤਕ ਹਰ ਪ੍ਰਭ ਲਿਖਿਆ ਮੇਰੀ ਜਿੰਦੜੀਏ, ਜਾਂ ਨਾਨਕ ਹਰ ਗੁਣ ਗਾਏ ਰਾਮ। ਪੰਨਾ 539। ਅਰਥ, ਹੇ ਮੇਰੀ ਸੋਹਣੀ ਜਿੰਦੇ, ਜਿਹੜੇ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰਦੇ ਹਨ, ਕਾਮਾਦਿਕ ਪੰਜ ਵੈਰੀ ਉਹਨਾਂ ਦੇ ਵਸ ਵਿੱਚ ਆ ਜਾਂਦੇ ਹਨ। ਦੁਨੀਆ ਦੇ 9 ਖਜ਼ਾਨਿਆਂ ਦੀ ਬਰਾਬਰੀ ਕਰਨ ਵਾਲਾ ਹਰ ਨਾਮ ਉਹਨਾਂ ਦੇ ਮਨ ਵਿੱਚ ਆ ਵਸਦਾ ਹੈ। ਹੇ ਮੇਰੀ ਸੋਹਣੀ ਜਿੰਦੇ, ਗੁਰੂ ਉਹਨਾਂ ਨੂੰ ਉਸ ਪਰਮਾਤਮਾ ਦੀ ਸੋਝੀ ਬਖਸ਼ ਦਿੰਦਾ ਹੈ ਜਿਸ ਤੱਕ ਮਨੁੱਖ ਦੀ ਆਪਣੀ ਸਮਝ ਨਹੀਂ ਪਹੁੰਚ ਸਕਦੀ। ਗੁਰੂ ਨੇ ਜਿਨ੍ਹਾਂ ਮਨੁੱਖਾਂ ਦੀ ਆਸਾ ਅਤੇ ਮਨ ਦਾ ਫੁਰਨਾ ਪੂਰਾ ਕਰ ਦਿੱਤਾ, ਉਹਨਾਂ ਨੂੰ ਪਰਮਾਤਮਾ ਮਿਲ ਪਿਆ। ਉਹਨਾਂ ਦੀ ਮਾਇਆ ਦੀ ਸਾਰੀ ਭੁੱਖ ਲੈ ਗਈ। ਹੇ ਦਾਸ ਨਾਨਕ ਆਖ, ਦਰਗਾਹੋਂ ਪਰਮਾਤਮਾ ਨੇ ਜਿਸ ਮਨੁੱਖ ਦੇ ਮੱਥੇ ਸਿਮਰਨ ਦਾ ਲੇਖ ਲਿਖ ਦਿੱਤਾ, ਉਹ ਸਦਾ ਪ੍ਰਭੂ ਦੇ ਗੁਣ ਗਾਉਂਦਾ ਰਹਿੰਦਾ ਹੈ। ਇਹੀ ਗੁਰਮਤਿ ਸਿਧਾਂਤ ਇਸ ਗੁਰੂ ਸ਼ਬਦ ਦੁਆਰਾ ਦ੍ਰਿੜ ਕਰਵਾਇਆ ਗਿਆ ਹੈ। ਮੇਰਾ ਮਨ ਲਾਗਾ ਹੈ ਰਾਮ ਪਿਆਰੇ, ਦੀਨ ਦਿਆਲ ਕਰੀ ਪ੍ਰਭ ਕਿਰਪਾ, ਵਸ ਕੀਨੇ ਪੰਚ ਦੂਤਾਰੇ। ਪੰਨਾ 670। ਅਰਥ, ਹੈ ਭਾਈ, ਮੇਰਾ ਮਨ ਪਿਆਰੇ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ ਹੈ। ਦੀਨਾਂ ਤੇ ਦਇਆ ਕਰਨ ਵਾਲੇ ਪ੍ਰਭੂ ਨੇ ਆਪ ਹੀ ਕਿਰਪਾ ਕੀਤੀ ਹੈ ਤੇ ਪੰਜੇ ਕਾਮਾਦਿਕ ਵੈਰੀ ਮੇਰੇ ਵਸ ਵਿੱਚ ਕਰ ਦਿੱਤੇ ਹਨ। ਹਉ ਆਇਆ ਸਾਮੇ ਤੇ ਹੰਡੀਆ, ਪੰਜ ਕਿਰਸਾਨ ਮੁਜੇਰੇ ਮਹਿੰਡਿਆ, ਕੰਨ ਕੋਈ ਕੱਢ ਨਾ ਗਈ, ਨਾਨਕ ਵੁੱਠਾ ਘੁੱਗ ਗਰਾਉਂ ਜੀਓ। ਪੰਨਾ 73। ਅਰਥ, ਪੰਚਮ ਗੁਰੂ ਨਾਨਕ ਜੀ ਦਾ ਫਰਮਾਨ, ਹੇ ਮੇਰੇ ਪ੍ਰਭੂ, ਮੈਂ ਤੇਰੀ ਸ਼ਰਨ ਆਇਆ ਹਾਂ। ਤੇਰੀ ਮਿਹਰ ਨਾਲ ਪੰਜੇ ਕਿਸਾਨ, ਪੰਜੇ ਵਿਕਾਰ ਅਥਵਾ ਪੰਜੇ ਗਿਆਨ ਇੰਦਰੇ ਮੇਰੇ ਮੁਜ਼ਾਰੇ ਬਣ ਗਏ ਹਨ, ਮੇਰੇ ਕਹੇ ਵਿੱਚ ਤੁਰਦੇ ਹਨ। ਕੋਈ ਕਿਸਾਨ ਮੈਥੋਂ ਆਕੀ ਹੋ ਕੇ ਸਿਰ ਨਹੀਂ ਚੁੱਕ ਸਕਦਾ। ਹੁਣ ਮੇਰਾ ਨਗਰ ਸਰੀਰ ਭਲੇ ਗੁਣਾਂ ਦੀ ਸੰਘਣੀ ਵਸੋਂ ਨਾਲ ਵਸ ਗਿਆ ਹੈ। ਪੰਜ ਜਨਾ ਗੁਰ ਵਸਗਦ ਆਣੇ, ਤਉ ਉਨ ਮਨ ਨਾਮ ਲਗਾਨੀ, ਜਾਂ ਨਾਨਕ ਹਰ ਕਿਰਪਾ ਧਾਰੀ, ਹਰ ਰਾਮੇ ਨਾਮ ਸਮਾਨੀ। ਪੰਨਾ 1200। ਅਰਥ, ਚੌਥੇ ਗੁਰੂ ਨਾਨਕ ਸਾਹਿਬ ਜੀ ਦਾ ਫਰਮਾਨ, ਜਦੋਂ ਗੁਰੂ ਨੇ ਕਾਮਾਦਿਕ ਪੰਜਾਂ ਨੂੰ ਕਿਸੇ ਵਡਭਾਗੀ ਦੇ ਵਸ ਵਿੱਚ ਕਰ ਦਿੱਤਾ, ਤਦੋਂ ਬਿਰਹੋਂ ਅਵਸਥਾ ਵਿੱਚ ਅੱਪੜ ਕੇ ਉਸ ਦੀ ਸੁਰਤ ਹਰ ਨਾਮ ਵਿੱਚ ਜੁੜ ਜਾਂਦੀ ਹੈ। ਜਿਸ ਮਨੁੱਖ ਉੱਤੇ ਪ੍ਰਭੂ ਨੇ ਮਿਹਰ ਕੀਤੀ, ਪ੍ਰਭੂ ਦੇ ਨਾਮ ਵਿੱਚ ਹੀ ਉਸ ਦੀ ਲੀਨਤਾ ਹੋ ਜਾਂਦੀ ਹੈ। ਪੰਜ ਵਿਕਾਰ ਘੋੜੇ ਪੰਜ ਗਿਆਨ ਇੰਦਰੀਆਂ ਦੇ ਦੁੜਾਏ ਹੀ ਦੌੜਦੇ ਹਨ। ਗਿਆਨ ਇੰਦਰੇ ਕਾਬੂ ਵਿੱਚ ਆ ਗਏ ਤਾਂ ਵਿਕਾਰ ਵੀ ਵਲੇਵੇਂ ਵਿੱਚ ਆ ਗਏ। ਜੇ ਮੰਦਾ ਵੇਖਣ ਦਾ ਚਸਕਾ ਹਾਵੀ ਹੋ ਗਿਆ ਤਾਂ ਕਈ ਰੋਗ ਪ੍ਰਗਟ ਹੋ ਜਾਣਗੇ। ਇਹੀ ਹਾਲ ਕੰਨਾਂ ਦਾ ਹੈ। ਮੰਦਾ ਸੁਣਨ ਦਾ ਚਸਕਾ ਚੁਗਲੀ ਨਿੰਦਿਆ ਦੇ ਝਮੇਲੇ ਵਿੱਚ ਫਸਾਉਂਦਾ ਹੈ, ਕਾਮ ਅਗਨੀ ਭੜਕਾਉਂਦਾ ਹੈ। ਪਰ ਜੇ ਗੁਰਬਾਣੀ ਸੁਣਨ ਦਾ ਸਵਾਦ ਪੈ ਜਾਵੇ ਤਾਂ ਸਾਰੇ ਰੋਗ ਦੂਰ ਹੋ ਜਾਂਦੇ ਹਨ। ਜ਼ੁਬਾਨ ਦੇ ਸਵਾਦ ਦਾ ਚਸਕਾ, ਸਪਰਸ਼ ਦਾ ਐਬ ਅਤੇ ਪੰਜਵਾਂ ਮੰਦਾ ਸੋਚਣ ਦਾ ਐਬ ਸਾਰੇ ਵਿਕਾਰਾਂ ਦੀ ਜੜ ਹਨ। ਸੋ ਪੰਜੇ ਗਿਆਨ ਇੰਦਰੇ ਵਸ ਵਿੱਚ ਆ ਗਏ
ਤਾਂ ਮਨੁੱਖਾ ਜੀਵਨ ਦੇ ਦੁੱਖ ਘਟਦੇ ਹਨ। ਜੇ ਸੱਚੇ ਨਾਮ ਵਿੱਚ ਸੁਰਤ ਜੁੜ ਜਾਵੇ ਤਾਂ ਸਦੀਵੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਪੰਚ ਤਸਕਰ ਧਾਵਤ ਰਾਖੇ, ਚੂਕਾ ਮਨ ਅਭਿਮਾਨ, ਦਿਸ਼ਟ ਬੇਕਾਰੀ, ਦੁਰਮਤ ਭਾਗੀ, ਐਸਾ ਬ੍ਰਹਮ ਗਿਆਨ। ਪੰਨਾ 1329। ਇੰਦਰੀ ਪੰਚ ਪੰਚੇ ਵਸ ਆਣੇ, ਖਿਮਾ ਸੰਤੋਖ ਗੁਰਮਤਿ ਪਾਵੈ, ਸੋ ਧਨ ਧਨ ਹਰ ਜਨ ਵਡ ਪੂਰਾ, ਜੋ ਭੈ ਬੈਰਾਗ ਹਰ ਗੁਣ ਗਾਵੈ। ਪੰਨਾ 1334। ਜਾਗ ਤਰਹਿ ਨ ਅਲੀਆ ਭਾਖੈ, ਪਾਂਚੋਂ ਇੰਦਰੀ ਬਸ ਕਰ ਰਾਖੈ, ਗੁਰ ਕੀ ਸਾਖੀ ਰਾਖੈ ਚੀਤ, ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ। ਪੰਨਾ 974। ਹੁਣ ਤੱਕ ਦੀ ਗੁਰੂ ਸ਼ਬਦ ਦੀ ਵਿਚਾਰ ਤੋਂ ਸਪਸ਼ਟ ਹੋਇਆ ਹੈ ਕਿ ਕਾਮ, ਕ੍ਰੋਧ, ਲੋਭ, ਮੋਹ ਅਤੇ ਹਉਮੈ ਆਦਿ ਪੰਜ ਵਿਕਾਰ ਵੀ ਪਰਮਾਤਮਾ ਦੀ ਹੀ ਕਿਰਤ ਹਨ ਅਤੇ ਇਹ ਪੰਜੇ ਸੰਸਾਰ ਰਚਨਾ ਦਾ ਲਾਹੇਵੰਦ ਹਿੱਸਾ ਹਨ। ਗੁਰਬਾਣੀ ਵਿਚਾਰ ਕਰਦਿਆਂ ਜਦ ਵੀ ਕਿਸੇ ਗੁਰੂ ਫਰਮਾਨ ਦੇ ਜ਼ਾਹਿਰਾ ਅੱਖਰੀ ਅਰਥਾਂ ਤੋਂ ਵਿਕਾਰ ਅਥਵਾ ਵਿਕਾਰਾਂ ਦੇ ਮਾਰ ਦੇਣ ਦੀ ਸਮਝ ਪਵੇ ਤਾਂ ਉੱਥੇ ਵੀ ਅਸਲ ਵਿੱਚ ਇਹੀ ਉਪਦੇਸ਼ ਹੈ ਕਿ ਮਨੁੱਖ ਨੂੰ ਇਹਨਾਂ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ, ਹਉਮੈ ਆਦਿ ਦਾ ਗੁਲਾਮ ਨਹੀਂ ਬਣ ਜਾਣਾ ਚਾਹੀਦਾ। ਇਹਨਾਂ ਨੂੰ ਆਪਣੇ ਸੇਵਕਾਂ ਵਾਂਗ ਆਪਣੇ ਅਧੀਨ, ਆਪਣੇ ਵੱਸ ਵਿੱਚ ਰੱਖਣ ਦਾ ਗੁਰ ਉਪਦੇਸ਼ ਹੈ। ਹਉਮੈ ਹੰਕਾਰ ਤੋਂ ਬਚੇ ਰਹਿਣ ਲਈ ਸਤਿਗੁਰਾਂ ਨੇ ਬੜੀ ਵਾਰੀ ਉਪਦੇਸ਼ ਦ੍ਰਿੜ ਕਰਵਾਇਆ। ਖਾਲਸਾ ਜੀ ਗੁਰੂ ਦੇ ਆਗਿਆਕਾਰੀ ਸਿੱਖ ਬਣਨ ਦੀ ਗੱਲ ਤਾਂ ਕਰਦੇ ਨਹੀਂ, ਪਰ ਗੁਰੂ ਅਖਵਾਉਣਾ ਆਪਣਾ ਹੱਕ ਮੰਨ ਬੈਠਾ ਹੈ। ਅਜਿਹੇ ਕਈ ਕਰਮ ਜੋ ਕੇਵਲ ਹਉਮੈ ਹੰਕਾਰ ਹੀ ਵਧਾਉਂਦੇ ਹਨ, ਖਾਲਸਾ ਜੀ ਨੇ ਆਪਣੇ ਧਰਮ ਦਾ ਅੰਗ ਥਾਵ ਲਏ ਹੋਏ ਹਨ। ਰੇ ਮਨ ਮੂਸ ਬਿਲਾ ਮਹਿ ਗਰਪਤ, ਕਰਤਵ ਕਰਤ ਮਹਾ ਮੁਗਨਾ, ਸੰਪਤ ਦੋਲ ਝੋਲ ਸੰਗ ਝੂਲਤ, ਮਾਇਆ ਮਗਨ ਭ੍ਰਮਤ ਘੁੰਗਨਾ, ਸੁਤ ਬਨਤਾ ਸਾਜਨ ਸੁਖ ਬੰਧਪ, ਤਾਂ ਸਿਉ ਮੋਹ ਬਡਿਓ ਸੋ ਕਨਾ, ਬੋਇਓ ਬੀਜ ਅਹੰ ਮਮ ਅੰਕਰ, ਬੀਤਤ ਔਦ ਕਰਤ ਅਗਨਾ, ਮਿਰਤ ਮਝਾਰ ਪਸਾਰ ਮੁਖ ਨਿਰਖਤ, ਪੁੰਚਤ ਭੁਗਤ ਭੁਖ ਭੁਖਨਾ, ਸਿਮਰ ਗੋਪਾਲ ਦਿਆਲ ਸਤ ਸੰਗਤ, ਨਾਨਕ ਜਗ ਜਾਣਤ ਸੁਪਨਾ। ਪੰਨਾ 1387। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਭਾਗ 8ਵਾਂ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। 7ਵੇਂ ਕਾਂਡ ਦਾ 6ਵਾਂ, 7ਵਾਂ ਅਤੇ 8ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।